ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀਆਂ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਬਲ ਦੇ ਰੇਟ ਫਿਕਸ ਕਰਨ ਦੇ ਐਲਾਨ ਤੇ ਬੁਰੀ ਤਰ੍ਹਾਂ ਘਿਰੀ ਸੀਐਮ ਚੰਨੀ ਦੀ ਸਰਕਾਰ। ਆਪਣੀਆਂ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕ ਚੜੇ ਮਿਨੀ ਸਕੱਤਰੇਤ ਦੀ ਬਿਲਡਿੰਗ ਤੇ। ਅਤੇ 28-29 ਲਾਈਟ ਪੁਆਇੰਟ ਦੇ ਕੋਲ ਹੋਮਗਾਰਡ ਜਵਾਨ ਤੇ ਚੱਲੀ ਗੋਲੀ ਚਲਾਉਣ ਵਾਲਾ ਬਦਮਾਸ਼ ਸੀਸੀਟੀਵੀ ਕੈਮਰੇ ਵਿੱਚ ਕੈਦ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਧਾਨ ਸਭਾ ਚੋਣਾਂ ਦੀ। ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤੇ ਇਸੇ ਦੇ ਚੱਲਦਿਆਂ ਰਾਜਨੀਤਿਕ ਪਾਰਟੀਆਂ ਵੱਲੋਂ ਵੱਡੇ ਐਲਾਨ ਵੀ ਕੀਤੇ ਜਾ ਰਹੇ ਨੇ। ਉੱਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਇੱਕ ਵੱਡਾ ਐਲਾਨ ਕੀਤਾ ਗਿਆ। ਉਹਨਾਂ ਨੇ ਕੇਬਲ ਦੇ ਰੇਟ ਫਿਕਸ ਕਰ ਦਿੱਤੇ, ਜਿਸ ਤੋਂ ਬਾਅਦ ਕੇਬਲ ਆਪਰੇਟਰਸ ਵੱਲੋਂ ਉਹਨਾਂ ਨੂੰ ਕਈ ਤਰ੍ਹਾਂ ਦੇ ਸਵਾਲ ਵੀ ਪੁੱਛੇ ਗਏ। ਤਾਂ ਇਹ ਸਮਝਦੇ ਆ ਜੀ ਵੀ ਵੋਟਾਂ ਦੇ ਚੱਕਰ 'ਚ ਸਾਨੂੰ ਬਲੀ ਦਾ ਬੱਕਰਾ ਬਣਾਤਾ। ਤੁਸੀਂ ਕੋਈ ਚੀਜ਼ ਮੁੱਲ ਖਰੀਦ ਕੇ ਗਾਂ ਫ੍ਰੀ ਕਿਵੇਂ ਦੇ ਦੋਗੇ? ਸਰਕਾਰ ਤਾਂ ਦੇ ਸਕਦੀ ਆ, ਸਰਕਾਰ ਆਪ ਹੀ ਦੇ ਦੇਵੇ। ਅਸੀਂ ਤਾਂ ਫ੍ਰੀ ਨਹੀਂ ਦੇ ਸਕਦੇ, ਸਾਡੇ ਤੋਂ ਬੇਵਸੀ ਆ। ਅੱਜ ਦੀ ਡੇਟ 'ਚੋਂ ਰਾਜੇ ਆ, ਅਸੀਂ ਪਬਲਿਕ ਆ। ਸਭ ਤੋਂ ਪਹਿਲਾਂ ਤਾਂ ਇਹ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜੀ ਰਹਿਮ ਕਰੋ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਵੱਡੀ ਰਾਹਤ ਦਿੱਤੀ ਗਈ ਲੋਕਾਂ ਨੂੰ ਕੇਬਲ ਦੇ ਰੂਪ ਦੇ ਵਿੱਚ ਕਿ ਬਿੱਲ 100 ਰੁਪਏ ਆਏਗਾ। ਸਾਡੇ ਨਾਲ ਗੱਲਬਾਤ ਵਾਸਤੇ ਕੇਬਲ ਆਪਰੇਟਰ ਨੇ ਸੰਨੀ ਗਿੱਲ ਸਾਹਿਬ। ਕੀ ਪੋਸੀਬਿਲਿਟੀ ਹੈ ਕਿ 100 ਰੁਪਏ ਦੇ ਵਿੱਚ ਤੁਸੀਂ ਕੇਬਲ ਦਾ ਜਿਹੜੇ ਉਹ ਲੋਕਾਂ ਨੂੰ ਪ੍ਰੋਵਾਈਡ ਕਰੋ? 100 ਰੁਪਏ ਦੇ ਵਿੱਚ ਬਾਈ ਜੀ ਕੇਬਲ ਪ੍ਰੋਵਾਈਡ ਕਰਨੀ ਅਸੰਭਵ ਆ। ਪੱਥਰ ਤੇ ਲਕੀਰ ਆ ਵੀ 100 ਰੁਪਏ ਦੇ ਵਿੱਚ ਕੇਬਲ ਜਿਹੜੀ ਆ ਪ੍ਰੋਵਾਈਡ ਨਹੀਂ ਕੀਤੀ ਜਾ ਸਕਦੀ, ਕਿਉਂਕਿ ਜਿਹੜੇ ਫ੍ਰੀ ਟੂ 에ਅਰ ਚੈਨਲ ਆ ਉਹ ਹੀ 130 ਰੁਪਏ ਦੇ ਟਰਾਈ ਨੇ ਲਾਗੂ ਕੀਤੇ ਆ। 130 ਰੁਪਏ ਦੇ ਫ੍ਰੀ ਟੂ 에ਅਰ ਚੈਨਲ ਜਿਹੜੇ ਆ ਟਰਾਈ ਨੇ ਕੀਤੇ। ਉੱਤੇ ਜਿਹੜਾ GST ਪਾ ਕੇ 153 ਰੁਪਏ 'ਚ ਇਕੱਲੇ ਫ੍ਰੀ ਟੂ 에ਅਰ ਚੈਨਲ ਪੈਂਦੇ ਆ। ਉਹਦੇ 'ਚ ਵੀ 45% ਜਿਹੜਾ ਕੇਬਲ ਆਪਰੇਟਰ ਦਾ ਸ਼ੇਅਰ ਆ, ਜਿਹੜਾ ਕਿ 65 ਰੁਪਏ ਬਣਦਾ। ਉਸ ਤੋਂ ਬਾਅਦ ਜਿਹੜੇ ਪੇ ਚੈਨਲ ਆ, ਕਿਸੇ ਨੇ ਕੋਈ ਵੀ ਪੇ ਚੈਨਲ ਲੈਣਾ, ਟਰਾਈ ਕਹਿੰਦੀ ਭਾਵੇਂ 1 ਚੈਨਲ ਲਓ ਭਾਵੇਂ 100 ਚੈਨਲ ਲਓ, ਉਹਦਾ ਅਲੱਗ-ਅਲੱਗ ਰੇਟ ਫਿਕਸ ਆ। ਉਹਦੇ ਵਿੱਚ ਕੇਬਲ ਆਪਰੇਟਰ ਦਾ ਮਾਰਜਨ 10% ਆ। ਟੋਟਲ ਮਾਰਜਨ ਜਿਹੜਾ ਜੇ 100 ਰੁਪਈਆ ਅਸੀਂ ਲੈਨੇ ਗਾਹਕ ਤੋਂ ਪੇ ਚੈਨਲਾਂ ਦਾ, ਉਹ 'ਚੋਂ 80 ਰੁਪਈਏ ਪੇ ਬਰੋਡਕਾਸਟਰ ਨੂੰ ਚਲੇ ਜਾਂਦੇ, ਸਟਾਰ ਨੂੰ, ਜੀ ਨੂੰ, ਸੋਨੀ ਨੂੰ। ਜਿਹੜੇ 20 ਰੁਪਈਏ ਬਚਦੇ ਆ ਉਹ 'ਚੋਂ 10 ਰੁਪਏ ਜਿਹੜੇ ਹੈਗੇ ਆ ਉਹ MSO ਦੇ ਆ, ਜਿਹੜਾ ਮਾਸਟਰ ਸਰਵਿਸ ਆਪਰੇਟਰ ਆ। 10 ਰੁਪਏ ਹੈਗੇ ਆ ਕੇਬਲ ਆਪਰੇਟਰ ਦੇ। ਜੇ ਸਾਨੂੰ 65 ਉੱਧਰੋਂ ਮਿਲੇ, 10 ਇੱਧਰੋਂ ਮਿਲੇ, 75 ਹੋਏ। ਜੇ ਅਸੀਂ 150 ਰੁਪਈਆ ਦੇ ਪੇ ਚੈਨਲ ਦਿੱਤੇ, 130 ਰੁਪਏ ਦੇ ਫ੍ਰੀ ਟੂ 에ਅਰ ਚੈਨਲ ਦਿੱਤੇ, ਤਾਂ ਕੇਬਲ ਆਪਰੇਟਰ ਨੂੰ ਸਾਨੂੰ ਕਿੰਨੇ ਪੈਸੇ ਮਿਲੇ? 80 ਰੁਪਈਏ। 80 ਟੋਟਲ 80 ਰੁਪਈਏ ਕੇਬਲ ਆਪਰੇਟਰ ਦੀ ਜੇਬ 'ਚ ਆਏ। 80 ਦੇ ਵਿੱਚੋਂ 50-60 ਰੁਪਈਏ ਦਾ ਉਹਦਾ ਖਰਚਾ ਬਾਈ। ਉਹਨੇ ਦਫ਼ਤਰ ਖੋਲ੍ਹਣਾ, ਬਿਜਲੀ ਦਾ ਕਨੈਕਸ਼ਨ ਆ, ਜਨਰੇਟਰ ਆ, ਉਹਦੇ ਟੈਲੀਫੋਨ ਆ, ਆਪਦੇ ਕੋਲੇ ਵੀ ਮੋਬਾਈਲ ਵਰਤੂਗਾ, ਦਫ਼ਤਰ 'ਚ ਵੀ ਰੱਖੂਗਾ, ਉਹਨੂੰ ਸਕੂਟਰ ਮੋਟਰਸਾਈਕਲ ਵੀ ਰੱਖਣਾ ਪਊਗਾ, ਉਹਨੂੰ ਮੇਨਟੇਨੈਂਸ ਵੀ, ਤਾਰਾਂ ਪਾਉਣੀਆਂ, ਤਾਰਾਂ 2-3 ਸਾਲਾਂ ਬਾਅਦ ਬਦਲਣੀਆਂ ਪੈਂਦੀਆਂ, ਐਂਪਲੀਫਾਇਰ ਬਦਲਣੇ ਪੈਂਦੇ। ਸੀਐਮ ਸਾਹਿਬ ਤਾਂ ਸਿੱਧੇ ਅਨਾਉਂਸਮੈਂਟ ਕਰ ਚੁੱਕੇ ਨੇ ਤੇ ਲੋਕੀ ਵੀ ਕਹਿਣਗੇ ਸਾਨੂੰ ਤਾਂ ਰਾਹਤ ਮਿਲ ਗਈ ਹੈ। ਤੁਹਾਡੇ ਆਪਰੇਟਰ ਜਾਣ ਕੇ ਪੈਸੇ ਲੈਣ, ਉਹ ਕਹਿਣਗੇ ਲੈ ਵੀ 100 ਰੁਪਇਆ ਚੱਕ ਦੇ। ਅਸੀਂ ਤਾਂ ਬੇਨਤੀ ਇਹੀ ਕਰ ਸਕਦੇ ਹਾਂ ਸੀਐਮ ਸਾਹਿਬ ਹੀ ਦੇ ਦੇਣ 100 ਰੁਪਏ 'ਚ, ਸਾਡੇ ਕੋਲੋਂ ਤਾਂ ਦਿੱਤਾ ਨਹੀਂ ਜਾ ਸਕਦਾ ਭਰਾਵੋ। ਨਹੀਂ, ਪਰ ਇਹ ਪੋਸੀਬਲ ਵੀ ਹੈ। ਠੀਕ ਹੈ, ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰ ਦਿੱਤੀ ਕਿ ਉਹ ਤੁਹਾਨੂੰ ਰੈਗੂਲੇਟ ਕਰ ਸਕਦੇ ਨੇ। ਸਟੇਟ ਗਵਰਨਮੈਂਟ ਇਸ ਤਰੀਕੇ ਦੀ ਅਨਾਉਂਸਮੈਂਟ ਕਰ ਦੇਵੇ ਤੇ ਤੁਸੀਂ ਉਸ ਨੂੰ ਲਾਗੂ ਕਰਨਾ ਜ਼ਰੂਰੀ ਹੈ। ਭਾਜੀ ਜਦੋਂ ਕੋਈ ਗਵਰਨਮੈਂਟ ਕਰਦੀ ਆ ਨਾ ਜੀ ਅਨਾਉਂਸਮੈਂਟ, ਉਹਦੀ ਇੱਕ ਨੋਟੀਫਿਕੇਸ਼ਨ ਹੁੰਦੀ ਆ। ਨੋਟੀਫਿਕੇਸ਼ਨ ਤੋਂ ਬਾਅਦ ਜਿਹੜੀ ਆ ਨੋਟੀਫਿਕੇਸ਼ਨ ਵੀ ਬਣਾਉਣ ਲੱਗਿਆ ਕਮੇਟੀ ਬਣਦੀ ਆ, ਉਹਦੇ ਸਾਰੀਆਂ ਧਿਰਾਂ ਨੂੰ ਬੁਲਾ ਕੇ ਡਿਸਕਸ ਕੀਤਾ ਜਾਂਦਾ, ਫਿਰ ਨੋਟੀਫਿਕੇਸ਼ਨ ਬਣਦੀ ਆ ਤੇ ਫਿਰ ਉਦੋਂ ਬਾਅਦ ਲਾਗੂ ਹੁੰਦਾ। ਐਂ ਥੋੜਾ ਯਾਰ ਆਪਾਂ ਮੂੰਹੋਂ ਬੋਲਤਾ ਵੀ ਜਿਹੜਾ ਨਹੀਂ ਦਿੰਦਾ ਭਾਈ ਉਹਨੂੰ ਤਾਰ ਵੜ ਦਿਓ, ਉਹਦਾ ਆਹ ਕਰ ਦਿਓ, ਉਹ ਕਰ ਦਿਓ, ਕਿੱਥੇ ਜਾਣਗੇ ਯਾਰ? ਸਰਕਾਰ ਅਗਰ ਨੋਟੀਫਿਕੇਸ਼ਨ ਜਾਰੀ ਵੀ ਕਰ ਦਿੰਦੀ ਹੈ ਤੇ ਤੁਹਾਡੇ ਤੇ ਕੋਈ ਉਹ ਰਹੇਗਾ ਇਸ ਨੂੰ ਕਿ ਫੋਰਸਫੁਲੀ ਕਿ ਤੁਸੀਂ ਇਸ ਨੂੰ ਲਾਗੂ ਕਰੋ ਹੀ ਕਰੋ, ਜਾਂ ਟਰਾਈ ਤੁਹਾਨੂੰ ਰੈਗੂਲੇਟ ਕਰਦੀ? ਕਿਉਂਕਿ ਅਸੀਂ ਤੁਸੀਂ ਆਪਣਾ ਨਾਮ ਬਾਜਵਾ ਸਾਹਿਬ। ਮੈਂ ਮੋਹਨ ਸਿੰਘ ਬਾਜਵਾ ਜੀ। ਇਹ ਸਰ ਪੋਸੀਬਲ ਨਹੀਂ ਹੋ ਸਕਦਾ। ਜੇ ਉਹ ਐਜ ਪਰ ਟਰਾਈ ਜੋ ਰੇਟ ਚੱਲਦਾ ਸੀ ਉਸੇ ਦੇ ਮੁਤਾਬਕ ਚੱਲ ਸਕਦੇ ਆ। ਜੇ ਕਿਸੇ ਕਸਟਮਰ ਨੂੰ 150 ਬੇਸਿਕ ਪੈਕੇਜ ਮਿਲ ਰਿਹਾ 153 ਰੁਪਏ 'ਚ, ਜੇ ਉਸ ਤੋਂ ਵਿੱਚ ਉਹ 153 'ਚ ਵੀ ਲੈ ਸਕਦਾ, ਉਹ ਤਾਂ ਉਹਨੂੰ ਆਪਣਾ ਟੇਸਟ ਵਾਸਤੇ ਚੈਨਲ ਚਾਹੀਦੇ। ਜੇ ਚੈਨਲ ਉਹਨੂੰ ਚੰਗੇ ਲੱਗਦੇ ਉਹ ਹਾਂ ਫਿਕਸ ਕੀਤੇ ਹੋਏ, ਜੇ ਉਹ ਐਡ ਕਰਨੇ ਜਾਂ ਐਡ ਕਰ ਲਵੇ, ਜੇ ਹਟਾਉਣੇ ਜਾਂ ਹਟੇ, ਜੇ ਆਪਣੇ ਰੇਟ ਕੰਮ ਹੋ ਜਾਏਗਾ ਉਹਦਾ। ਮੇਰਾ ਸਵਾਲ ਇਹ ਹੈ ਕਿ ਸਰਕਾਰ ਨੇ ਤਾਂ ਇਹ ਨੋਟੀਫਿਕੇਸ਼ਨ ਵੀ ਹੋ ਸਕਦਾ ਉਹ ਜਾਰੀ ਕਰ ਦੇਣ, ਪੋਸੀਬਿਲਿਟੀ ਹੈ? ਬਿਲਕੁਲ ਨਹੀਂ ਪੋਸੀਬਲ, ਬਿਲਕੁਲ ਪੋਸੀਬਲ ਨਹੀਂ। ਹਾਂਜੀ ਬਾਈ ਜੀ, ਅਸੀਂ ਉਹ ਨੋਟੀਫਿਕੇਸ਼ਨ ਲੈ ਕੇ ਕਿਸੇ ਨੂੰ ਪੁੱਛਣ ਵਾਲੇ ਦਾ ਬਣਾਂਗੇ,
ਚਾਹੇ ਸਰਕਾਰ ਦੇ ਜਿਹੜੇ ਅਫਸਰ ਆ ਉਹਨਾਂ ਕੋਲੇ ਬੇਨਤੀ ਲੈ ਕੇ ਜਾਵਾਂਗੇ ਵੀ ਸਾਨੂੰ ਦੱਸ ਦਿਓ ਜੀ, ਜਾਂ ਸੀਐਮ ਸਾਹਿਬ ਨੂੰ ਬੇਨਤੀ ਲਾਵਾਂਗੇ ਵੀ ਸਾਨੂੰ ਦੱਸ ਦਿਓ ਸਾਰੇ ਪੋਸੀਬਲ ਕਿਵੇਂ ਆ। ਜੇ ਉਹ ਨਹੀਂ ਕੋਈ ਸਾਨੂੰ ਦੱਸ ਪਾਉਣਗੇ ਤਾਂ ਅਸੀਂ ਕੋਰਟ ਦੇ ਵਿੱਚ ਤਾਂ ਜਾਵਾਂਗੇ ਨੋਟੀਫਿਕੇਸ਼ਨ ਲੈ ਕੇ। ਉਹ ਤਾਂ ਨਹੀਂ possible। ਅੱਜ ਤਾਂ ਜ਼ਬਾਨੀ ਕਲਾਮੀ ਕਹਿਤਾ। ਇਹ ਮੈਨੂੰ ਦੱਸੋ, ਪਹਿਲਾਂ 18 ਨੁਕਤੇ ਸਰਕਾਰ ਦੇ ਸਾਰੇ ਸੁਣ ਰਹੇ ਸੀ, ਟਰਾਂਸਪੋਰਟ ਮਾਫੀਆ ਦੀ ਗੱਲ ਹੋਈ, ਬਾਅਦ 'ਚ ਉਹਨਾਂ ਨੇ ਪ੍ਰੈਸ ਕਾਨਫਰੰਸ ਇੱਥੇ ਕੀਤੀ, ਹੁਣ ਤੁਹਾਡੇ ਦੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਕਿਹਾ ਜਾਂਦਾ ਹੈ ਕੇਬਲ ਮਾਫੀਆ ਅਕਸਰ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਉਹ 18 ਨੁਕਤੇ ਲਾਗੂ ਕਰਨ ਦੇ ਨਾਲ ਤੁਹਾਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ? ਅਸੀਂ ਤਾਂ ਇਹ ਸਮਝਦੇ ਹਾਂ ਜੀ ਵੀ ਵੋਟਾਂ ਦੇ ਚੱਕਰ 'ਚ ਸਾਨੂੰ ਬਲੀ ਦਾ ਬੱਕਰਾ ਬਣਾਤਾ। ਸਭ ਤੋਂ ਵੱਡੇ ਸਾਨੂੰ ਵੋਟਾਂ ਨੇੜੇ ਆ, ਉਹਦੇ ਚੱਕਰ 'ਚ ਸਾਨੂੰ ਬਲੀ ਦਾ ਬੱਕਰਾ ਬਣਾਤਾ। ਮੇਰੀ ਬੇਨਤੀ ਆ ਸੀਐਮ ਸਾਹਿਬ ਨੂੰ ਵੀ ਤੇ ਸਾਰੇ ਭਰਾਵਾਂ ਨੂੰ ਵੀ, ਭਰਾਵੋ ਸਾਡੇ ਤੇ ਮਿਹਰ ਕਰੋ। ਬਹੁਤ ਜ਼ਿੰਦਗੀ ਸਾਰੀ ਨਿਗਾਤੀ ਅਸੀਂ ਇਹ ਕੇਬਲ ਟੀਵੀ ਚਲਾਉਂਦਿਆਂ ਨੂੰ। ਕਿੱਥੋਂ ਸਟਾਰਟ ਹੋਏ 1990 ਦੇ ਮੁੱਛ ਪੁੱਟ ਦੀ ਦਾੜੀ ਚਿੱਟੀ ਹੋ ਗਈ, ਤੇ ਯਾਰ ਸਾਨੂੰ ਵੀ ਮਾੜੇ ਮੋਟੀ ਹੁਣ ਜਦੋਂ ਕੇਬਲ ਮਾਫੀਆ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ, ਉਸ ਵੇਲੇ ਉਹਨੂੰ ਵੀ ਤੁਸੀਂ ਥੋੜਾ ਕਲੀਅਰ ਕਰ ਦਿਓ ਉਹਨਾਂ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਤੁਹਾਡਾ ਗੁਜ਼ਾਰਾ ਚੱਲਦਾ। ਜਿਹੜੀ ਇੰਡਸਟਰੀ ਬਾਈ ਜੀ ਹਜ਼ਾਰਾਂ ਕਰੋੜ ਰੁਪਈਆ GST ਭਰਦੀ ਆ, ਟੈਕਸ ਪੇ ਸਟੇਟ ਗਵਰਨਮੈਂਟ ਨੂੰ ਕਿੰਨੇ ਸੈਂਕੜੇ ਕਰੋੜ ਜਾਂ ਹਜ਼ਾਰ ਕਰੋੜ ਮੈਂ ਕੱਢਿਆ ਨਹੀਂ ਵੀ ਸਟੇਟ ਗਵਰਨਮੈਂਟ ਨੂੰ ਵੀ ਕਿੰਨਾ GST ਆਉਂਦਾ। ਕੀ ਉਹ ਜਿਹੜੇ GST ਭਰਦੇ, ਮਾਫੀਆ ਕਿਤੇ GST ਭਰਦਾ ਸੁਣਿਆ? ਉਹ ਰੈਵਨਿਊ ਕਢਾਓ ਡਿਟੇਲ, GST ਕਿੰਨਾ ਜਾ ਰਿਹਾ ਸੈਂਟਰ ਗਵਰਨਮੈਂਟ ਨੂੰ ਤੇ ਸਟੇਟ ਗਵਰਨਮੈਂਟ ਨੂੰ। ਸਿੰਘ ਸਿੱਧੂ ਵੱਲੋਂ ਕਾਗਜ਼ ਦਿੱਤੇ ਗਏ ਸੀ, ਪ੍ਰੈਸ ਕਾਨਫਰੰਸ ਕੀਤੀ ਗਈ ਸੀ, ਉਹ ਕਹਿੰਦੇ ਤੁਸੀਂ ਪੋਲ ਯੂਜ਼ ਕਰਦੇ ਹੋ, ਤੁਸੀਂ ਸਰਕਾਰੀ ਜਿਹੜੀ ਹੈ ਪ੍ਰਾਪਰਟੀ ਯੂਜ਼ ਕਰਦੇ ਹੋ, ਉਹਦੇ ਪੈਸੇ ਨਹੀਂ ਭਰਦੇ, ਤੁਸੀਂ ਪੈਸੇ ਕਿਉਂ ਨਹੀਂ ਭਰਦੇ? ਅਸੀਂ ਭਾਜੀ ਉਹਦਾ ਐਗਰੀਮੈਂਟ ਆ, ਰੁਪਈਆ ਭਰਦੇ ਮੈਂ ਐਗਰੀਮੈਂਟ ਆ ਉਹਦਾ ਪ੍ਰੋਪਰ, ਗਵਰਨਮੈਂਟ ਨੇ ਰੇਟ ਤੈਅ ਕੀਤਾ ਪਰ ਪੋਲ ਦਾ, ਉਹਦੇ ਮੁਤਾਬਕ ਗਵਰਨਮੈਂਟ ਨਾਲ ਐਗਰੀਮੈਂਟ ਹੋਇਆ, ਬਿਜਲੀ ਡਿਪਾਰਟਮੈਂਟ ਉਹਦੇ ਪੈਸੇ ਭਰੇ ਜਾਂਦੇ ਆ ਹਰ ਸਾਲ, ਹਰ ਮਹੀਨੇ ਉਹਦੇ ਪੈਸੇ ਭਰੇ ਜਾਂਦੇ ਤਾਂ ਪੋਲ ਯੂਜ਼ ਕਰਦੇ ਆ। ਐਵੇਂ ਕੋਈ ਵੀ ਪੋਲ ਨਹੀਂ ਯੂਜ਼ ਕਰਨ ਦਿੰਦਾ, ਕੋਈ ਨਹੀਂ ਯੂਜ਼ ਕਰਦਾ। ਇਹ ਉਹੀ ਸਵਾਲ ਆ ਗਿਆ, ਹੁਣ ਅਗਲੇ ਮਹੀਨੇ ਜਾਣਗੇ ਪੈਸੇ ਲੈਣ, ਟਕਰਾਅ ਦੀ ਸਥਿਤੀ ਬਣ ਸਕਦੀ ਹੈ। ਉਹ ਤਾਂ ਕਹਿਣਗੇ 100 ਲੈ ਲਓ ਭਾਈ, ਤੁਸੀਂ ਲੈਣਾ ਨਹੀਂ ਹੈ, ਉਸ ਸਿਚੁਏਸ਼ਨ ਦੇ ਵਿੱਚ ਕਰੋਗੇ ਕੀ ਤੁਸੀਂ? ਕੁਝ ਨਹੀਂ ਕਰ ਸਕਦੇ ਭਰਾਵਾ, ਅਸੀਂ ਤਾਂ ਬੇਨਤੀ ਕਰ ਸਕਦੇ ਹਾਂ, ਹੱਥ ਜੋੜ ਕੇ ਗਾਹਕ ਨੂੰ ਹੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਸਮਝੂਗਾ ਭਰਾ ਪੈਸੇ ਦੇ ਦੂਗਾ, ਉਹਦੀ ਕੇਬਲ ਚਲਾ ਦਾਂਗੇ। ਜਿਹੜਾ ਭਰਾ ਨਹੀਂ ਸਮਝੂਗਾ ਉਹਦੇ ਪਿੱਛੋਂ ਆਪਦੇ ਚੈਨਲਾਂ ਦਾ ਖਰਚਾ ਕਿਵੇਂ ਪਾਵਾਂਗੇ ਬਾਈ ਜੀ? ਤੁਸੀਂ ਕੋਈ ਚੀਜ਼ ਮੁੱਲ ਖਰੀਦ ਕੇ ਗਾਂ ਫ੍ਰੀ ਕਿਵੇਂ ਦੇ ਦਿਓਗੇ? ਸਰਕਾਰ ਤਾਂ ਦੇ ਸਕਦੀ ਆ, ਸਰਕਾਰ ਆਪ ਹੀ ਦੇ ਦੇਵੇ, ਅਸੀਂ ਤਾਂ ਫ੍ਰੀ ਨਹੀਂ ਦੇ ਸਕਦੇ, ਸਾਡੇ ਤੋਂ ਬੇਵਸੀ ਆ। ਹਾਂਜੀ, ਕਿ ਇਸ ਤੋਂ ਹੁਣ ਤੁਸੀਂ ਰੈਗੂਲੇਟਰ ਤੁਹਾਨੂੰ ਟਰਾਈ ਕਰਦੇ, ਤੁਸੀਂ ਇਹ ਕਲੀਅਰ ਕਰ ਦਿੱਤਾ, ਇਸ ਨੂੰ ਅੱਗੇ ਤੁਸੀਂ ਪਟੀਸ਼ਨ ਦੇ ਤੌਰ ਤੇ ਜਾਂ ਇਸ ਨੂੰ ਕੋਈ ਲੀਗੈਲਿਟੀ ਦੇ ਤੌਰ ਤੇ ਕੋਈ ਅਪਣਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਕਿ ਇਸ ਨੂੰ ਚੁਣੌਤੀ ਦਿੱਤੀ ਜਾ ਸਕੇ? ਕਰਨੀ ਪਊਗੀ ਜੀ ਅਲਟੀਮੇਟਲੀ। ਪਹਿਲਾਂ ਤਾਂ ਇਹ ਸੀਐਮ ਸਾਹਿਬ ਨੂੰ ਬੇਨਤੀ ਲਾਵਾਂਗੇ, ਉਹ ਸਰਕਾਰ ਆ ਅੱਜ ਦੀ ਡੇਟ 'ਚ, ਉਹ ਰਾਜੇ ਆ, ਅਸੀਂ ਪਬਲਿਕ ਆ। ਸਭ ਤੋਂ ਪਹਿਲਾਂ ਤਾਂ ਇਹ ਸੀਐਮ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਜੀ ਰਹਿਮ ਕਰੋ ਵੀ ਕਿਉਂ 30-35 ਹਜ਼ਾਰ ਪਰਿਵਾਰ ਦਾ ਰੁਜ਼ਗਾਰ ਆਪਾਂ ਤਬਾਹ ਕਰਦੇ ਆ, ਕਿਰਪਾ ਕਰੋ ਸਾਡੇ ਤੇ। ਜੇ ਉਹ ਸਾਡੀ ਬੇਨਤੀ ਮੰਨਣਗੇ, ਕੋਈ ਸਾਡੇ ਨਾਲ ਵਿਚਾਰ ਵਿਮਰਸ਼ ਕਰਕੇ ਹੱਲ ਕੱਢਣਗੇ ਤਾਂ ਬਹੁਤ ਥੈਂਕ ਯੂ ਉਹਨਾਂ ਦਾ। ਨਹੀਂ ਕੱਢਣਗੇ ਭਾਈ, ਮਰਤਾ ਕਿਆ ਨਹੀਂ ਕਰਤਾ। ਜਿੰਨੀ ਦੇਰ ਪਾਣੀ ਇੱਥੋਂ ਤੱਕ ਹੁੰਦਾ ਬੰਦਾ ਬਰਦਾਸ਼ਤ ਕਰ ਲੈਂਦਾ, ਜੋ ਨੱਕ ਡੁੱਬ ਗਿਆ ਮਰਨ ਤੇ ਹੀ ਆ ਗਏ ਫਿਰ ਤਾਂ ਹੱਥ ਪੈਰ ਹਰੇਕ ਬੰਦੇ ਨੂੰ ਮਾਰਨਾ ਹੀ ਪੈਂਦਾ। ਹੋ ਸਕਦੀ ਹੈ ਕੇਬਲ ਕਿਆ ਕੋਈ ਕਿਸੇ ਵੀ ਹੋ ਤਰੀਕੇ ਸਕਦੀ ਹੈ ਜੀ, GST ਛੱਡ ਦੇਣ, ਕਿੰਨਾ GST 50 ਰੁਪਏ ਦੇ ਲਗਭਗ GST ਬਣਦਾ। 50, 55, 60, 70 ਜਿਹੋ ਜਿਹਾ ਰੇਟ ਆ 153 ਦੇ ਉੱਪਰ ਹੁੰਦਾ ਜਾਂ ਇਹਦੇ ਨਾ ਜੀ 130 ਦੇ ਉੱਤੇ GST 23 ਰੁਪਏ ਫ੍ਰੀ ਟੂ ਬੇਸਿਕ ਰੇਟ ਤੇ। ਉਦੋਂ ਬਾਅਦ ਜਿੰਨੇ ਉਹ ਪੇ ਚੈਨਲ ਲੈਂਦਾ ਉਹਨਾਂ ਜਿੰਨਾ ਰੇਟ ਵਧੀ ਜਾਂਦਾ GST ਵਧੀ ਜਾਂਦਾ। ਤਾਂ ਦੇਖੋ 9% ਰਹੇਗਾ, 9% ਸੈਂਟਰ ਦਾ ਰਹੇਗਾ, ਉਹਦੇ ਚ ਵੀ 9%। ਤੇ ਸੈਂਟਰ ਦਾ ਵੀ ਇਹ ਭਰ ਸਕਦੇ ਆ, ਸਰਕਾਰ ਵਾਸਤੇ ਕੀ ਵੱਡੀ ਗੱਲ ਆ? ਸਰਕਾਰ ਨੇ ਇੰਨਾ ਕੁਝ ਰਿਲੀਫ ਦੇਤੀ, ਬਿਜਲੀ ਦੀ ਰਿਲੀਫ ਦਿੱਤੀ, ਉਹ ਵੀ ਮੁੱਲ ਖਰੀਦ ਕੇ ਦੇ ਰਹੇ ਆ ਨਾ। ਇਹਦੇ 'ਚ ਵੀ GST ਸਰਕਾਰ ਨਾਲ ਐਡਜਸਟਮੈਂਟ ਕਰ ਲੈਣ। ਹਜ਼ਾਰਾਂ ਕਰੋੜ ਰੁਪਈਆ ਇਹਨਾਂ ਨੂੰ ਸੈਂਟਰ ਗਵਰਨਮੈਂਟ ਤੋਂ GST ਦਾ ਆਉਂਦਾ, ਕੋਈ 2-4-500 ਕਰੋੜ ਰੁਪਈਆ ਗਵਰਨਮੈਂਟ ਨੂੰ ਕਟਾ ਦੇਣ, ਉਹਨੂੰ ਸੈਂਟਰ ਗਵਰਨਮੈਂਟ ਨੂੰ, ਤੇ ਗਾਹਕਾਂ ਨੂੰ ਦੇ ਦੇਣ ਰਿਲੀਫ। 50 ਰੁਪਏ ਦੀ ਰਿਲੀਫ ਮਿਲਦੀ ਹੈ, ਲੋਕ ਬਾਗੋ ਬਾਗ ਹੋ ਜਾਣਗੇ, ਵੋਟਾਂ ਵੀ ਖੁਸ਼ ਹੋ ਜਾਣਗੀਆਂ, ਅਸੀਂ ਵੀ ਬਚ ਜਾਾਂਗੇ, ਸਾਰੇ ਜਿਉਂਦੇ ਰਹਿ। ਕਿੰਨੇ ਕੇਬਲ ਆਪਰੇਟਰ ਨੇ? ਕੇਬਲ ਆਪਰੇਟਰ ਦਾ ਭਾਈ ਸਾਹਿਬ ਹੋਣਗੇ 8000 ਦੇ ਕਰੀਬ ਲਗਭਗ, ਤੇ ਬਾਕੀ ਜੇ ਆਪਾਂ ਸਾਰੇ ਪਰਿਵਾਰਾਂ ਦੀ ਗੱਲ ਕਰੀਏ ਤਾਂ ਨਾ ਕਰਦੇ ਆ 25-30 ਹਜ਼ਾਰ ਪਰਿਵਾਰ ਹੋਊਗਾ। ਬਿਲਕੁਲ, ਤੁਸੀਂ ਕੇਬਲ ਆਪਰੇਟਰ ਨੂੰ ਸੁਣ ਰਹੇ ਸੀ, ਉਹਨਾਂ ਦਾ ਆਪਣਾ ਤਰਕ ਹੈ ਕਿ ਸਰਕਾਰ ਨੇ ਕਿਹਾ ਕਿ 100 ਰੁਪਏ ਕੇਬਲ ਦਿੱਤੀ ਜਾਵੇ, ਪਰ ਉਹਨਾਂ ਦਾ ਕਹਿਣਾ ਹੈ ਪੋਸੀਬਲ ਨਹੀਂ ਹੈਗਾ ਕਿਉਂਕਿ ਖਰਚੇ ਇੰਨੇ ਪੈਂਦੇ ਨੇ। ਪਰ ਹਾਂ, ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜਾ 18% GST ਸਾਡੇ ਤੇ ਲੱਗਾ ਹੋਇਆ ਕੇਬਲ ਆਪਰੇਟਰਾਂ ਦੇ, ਅਗਰ ਉਸ ਨੂੰ ਹਟਾ ਦਿੱਤਾ ਜਾਂਦਾ ਤਾਂ ਪੋਸੀਬਲ ਹੈ ਕਿ ਕੁਝ ਰਾਹਤ ਆਮ ਲੋਕਾਂ ਨੂੰ ਦਿੱਤੀ ਜਾਵੇ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਟਰਾਈ ਰੈਗੂਲੇਟ ਕਰਦੀ ਹੈ
ਤੇ ਉਸੇ ਤਹਿਤ ਅਸੀਂ ਅਪੀਲ ਵੀ ਜਲਦ ਕਾਨੂੰਨ ਦੇ ਤਹਿਤ ਸਰਕਾਰ ਦੀ ਇਸ ਨੋਟੀਫਿਕੇਸ਼ਨ ਅਗਰ ਜਾਰੀ ਕਰਦੀ ਹੈ ਜਲਦ ਖਿਲਾਫ ਕਰਾਂਗੇ। ਦੇਖਣ ਵਾਲੀ ਗੱਲ ਰਹੇਗੀ ਕਿ ਸਰਕਾਰ ਇਹ ਕਹਿ ਚੁੱਕੀ ਹੈ ਕਿ 100 ਰੁਪਿਆ ਕੇਬਲ ਦਾ ਦੇਣਾ ਹੈ। ਕੇਬਲ ਆਪਰੇਟਰ ਕਹਿੰਦੇ ਨੇ ਕਿ ਅਸੀਂ ਇਸ ਦੇ ਵਿੱਚ ਅਸੀਂ ਸੁਵਿਧਾ ਨਹੀਂ ਦੇ ਸਕਦੇ। ਹੁਣ ਕਿਸ ਤਰੀਕੇ ਦੀ ਰਾਹਤ ਆਮ ਲੋਕਾਂ ਨੂੰ ਮਿਲਦੀ ਹੈ ਜਾਂ ਸਰਕਾਰ ਇਸ ਨੂੰ ਲੈ ਕੇ ਕਿਸ ਤਰੀਕੇ ਦਾ ਫੈਸਲਾ ਲੈਂਦੀ ਹੈ, ਫਿਲਹਾਲ ਦੇਖਣ ਵਾਲੀ ਗੱਲ ਰਹੇਗੀ। ਕੈਮਰਾਮੈਨ ਅਮਨ ਦੇ ਨਾਲ ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਣੀ। ਉਧਰ ਆਪਣੀਆਂ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਨੇ, ਪਰ ਸਰਕਾਰ ਉਹਨਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੀ ਹੈ ਤੇ ਇਸੇ ਤੋਂ ਅੱਕੇ ਹੋਏ ਹੁਣ ਕੱਚੇ ਅਧਿਆਪਕ ਮਿਨੀ ਸਕੱਤਰੇਤ ਦੀ ਬਿਲਡਿੰਗ ਤੇ ਹੀ ਚੜ ਗਏ ਤੇ ਇਸ ਦੌਰਾਨ ਉਹਨਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਗਾਰਡ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ। ਗਾਰਡ ਇਹਨਾਂ ਨੂੰ ਇੱਥੋਂ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪਹਿਲਾਂ ਵੀ ਜਦੋਂ ਇਹਨਾਂ ਦਾ ਪ੍ਰੋਟੈਸਟ ਸੀ ਸਿੱਖਿਆ ਭਵਨ ਦੇ ਬਾਹਰ, ਜਦੋਂ ਇਹਨਾਂ ਨੇ ਪ੍ਰੋਟੈਸਟ ਕੀਤਾ ਸੀ ਤਾਂ ਉਸ ਸਮਾਂ ਵੀ ਕੁਝ ਟੀਚਰ ਇਹੋ ਜਿਹੇ ਸੀ ਜਿਹੜੇ ਸਿੱਖਿਆ ਸਿੰਘ ਜਿਹੜੇ ਨੇ ਇਹਨਾਂ ਦੇ ਧਰਨੇ ਤੇ ਪਹੁੰਚਦੇ ਨੇ। ਹਾਲਾਂਕਿ ਉਸ ਸਮਾਂ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਸੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਪਹੁੰਚ ਕੇ ਇਹਨਾਂ ਦੇ ਧਰਨੇ ਦੇ ਪਹਿਲੀ ਕਲਮ ਦੇ ਨਾਲ ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਅਲੱਗ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਪਹਿਲਾਂ ਉਹਨਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰੀ, ਉਸ ਤੋਂ ਬਾਅਦ ਸਿੱਖਿਆ ਮੰਤਰੀ ਦੇ ਨਿੱਜੀ ਪ੍ਰੋਗਰਾਮ ਦੇ ਵਿੱਚ ਘੁਸ ਗਏ ਤੇ ਅੱਜ ਪੰਜਾਬ ਮਿਨੀ ਸੈਕਟਰੀਏਟ ਜਿਹੜਾ ਹੈ ਸੈਕਟਰ 9 ਦੇ ਵਿੱਚ ਹੈ। ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਉਹਨਾਂ ਦੀ ਬਿਲਡਿੰਗ ਤੇ ਕੱਚੇ ਅਧਿਆਪਕ ਚੜ੍ਹ ਕੇ ਆਪਣਾ ਰੋਸ ਪ੍ਰਦਰਸ਼ਨ ਜ਼ਾਹਿਰ ਕਰ ਰਹੇ ਹਨ। ਇਹ ਜਿਹੜੇ ਅਧਿਆਪਕ ਹਨ, ਇਹ ਅੱਜ ਇਹਨਾਂ ਦੀ ਮੀਟਿੰਗ ਵੀ ਸੀ ਸਰਕਾਰ ਦੇ ਨਾਲ, ਸ਼ਾਇਦ ਮੀਟਿੰਗ ਬੇਸਿੱਟਾ ਰਹੀ ਹੈ, ਜਿਸ ਕਰਕੇ ਉਹ ਅੱਜ ਮਿਨੀ ਸੈਕਟਰੀਏਟ ਦੀ ਬਿਲਡਿੰਗ ਦੇ ਉੱਪਰ ਚੜ੍ਹ ਕੇ ਲਗਾਤਾਰ ਸਰਕਾਰ ਦੇ ਖਿਲਾਫ ਇਹ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ। ਮੋਹਾਲੀ ਦੇ ਵਿੱਚ ਵੀ ਇੱਕ ਪਾਸੇ ਇਹਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ, ਪਰ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਲੱਗ-ਅਲੱਗ ਢੰਗ ਦੇ ਨਾਲ ਇਹ ਆਪਣਾ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਲਗਾਤਾਰ ਉਹਨਾਂ ਦੀ ਮੰਗ ਇਹੀ ਹੈ ਕਿ ਸਾਨੂੰ ਪੱਕਿਆ ਕੀਤਾ ਜਾਵੇ, ਸਾਨੂੰ ਪੱਕਿਆ ਕੀਤਾ ਜਾਵੇ। ਇਹ ਉਹਨਾਂ ਦੀ ਮੰਗ ਹੈ। ਕੁਝ ਅਧਿਆਪਕ ਸੈਕਟਰੀਏਟ ਦੀ ਬਿਲਡਿੰਗ ਦੇ ਥੱਲੇ ਵੀ ਹਨ। ਆਪਣਾ ਨਾਮ ਦੱਸ ਦਿਓ ਜੀ। ਮੇਰਾ ਨਾਮ ਨਿਸ਼ਾਂਤ ਕੁਮਾਰ ਹੈ ਜੀ। ਨਿਸ਼ਾਨ ਜੀ, ਕਿਹੜੇ ਅਧਿਆਪਕ ਨੇ ਜਿਹੜੇ ਉੱਪਰ ਤੁਹਾਡੇ ਚੜੇ? ਅਸੀਂ ਜਿਹੜੇ ਉੱਪਰ ਚੜੇ ਨੇ, ਜਿਹੜੇ 6-6000 ਰੁਪਇਆ ਤਨਖਾਹ ਦੇ ਉੱਪਰ ਜਿਹੜੇ ਕੰਮ ਕਰਦੇ ਨੇ, ਇਹ ਉਹ ਅਧਿਆਪਕ ਨੇ ਜਿਹੜੇ 6-6000 ਰੁਪਏ ਦੇ ਵਿੱਚ ਘਰ ਦਾ ਗੁਜ਼ਾਰਾ ਚਲਾਉਂਦੇ ਨੇ ਤੇ 6000 ਰੁਪਏ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਘਰਾਂ ਦਾ ਗੁਜ਼ਾਰਾ ਨਹੀਂ ਹੁੰਦਾ। ਜਿਸ ਕਰਕੇ ਜਿਹੜੇ ਅਧਿਆਪਕ ਨੇ 18 ਸਾਲ ਤੋਂ ਪੰਜਾਬ ਦੀ ਤਰਾਸ਼ਤੀ ਦਾ, ਜਿਹੜੇ ਪੰਜਾਬ ਸਰਕਾਰ ਦੀ ਤਰਾਸ਼ਤੀ ਦਾ ਸ਼ਿਕਾਰ ਹੋ ਰਹੇ ਨੇ। ਇਸ ਕਰਕੇ ਆਪਣੀ ਮੰਗ ਨੂੰ ਰੈਗੂਲਰ ਹੋਣ ਦੇ ਲਈ ਮੀਟਿੰਗ ਵੀ ਸੀ ਸਰਕਾਰ ਨਾਲ, ਕੋਈ ਗੱਲ ਸਿੱਟਾ ਨਹੀਂ ਨਿਕਲਿਆ? ਹਾਂਜੀ, ਸੀਐਮ ਸਾਹਿਬ ਨਾਲ ਮੀਟਿੰਗ ਸੀ ਪਰ ਕੋਈ ਮੀਟਿੰਗ ਨਹੀਂ ਹੋਈ ਤੇ ਸੀਐਮ ਸਾਹਿਬ ਤੇ ਪਟਿਆਲੇ ਪਹੁੰਚ ਗਏ ਨੇ। ਕਹਿੰਦੇ ਐਜੂਕੇਸ਼ਨ ਜਿਹੜੇ ਆਪਣੇ ਪ੍ਰਿੰਸੀਪਲ ਸਕੱਤਰ ਹੌਸਲ ਨਾਲ ਮੀਟਿੰਗ ਕਰਾ ਦਿੰਦੇ ਨੇ, ਪਰ ਉਹਨਾਂ ਨਾਲ ਵੀ ਕੋਈ ਮੀਟਿੰਗ ਜਿਹੜੀ ਨਹੀਂ ਹੋਈ। ਹੁਣ ਕੀ ਪਲੈਨਿੰਗ ਹੈ ਉੱਪਰ ਚੜੇ ਹੋਏ ਤੁਹਾਡੇ ਜਿਹੜੇ ਪਲੈਨਿੰਗ ਨੇ? ਅਸੀਂ ਤਾਂ ਜਿਹੜਾ ਵਾ ਮੌਤ ਦੇ ਮੂੰਹ ਨੂੰ ਗੱਲ ਲਗਾਇਆ ਹੈਗਾ ਵਾ, ਜਾਂ ਸਾਨੂੰ ਪੱਕੇ ਕਰੇ ਸਰਕਾਰ ਜਾਂ ਸਾਨੂੰ ਗੋਲੀ ਮਾਰ ਦੇਵੇ। ਬਿਲਕੁਲ, ਤੁਸੀਂ ਦੇਖ ਤਸਵੀਰਾਂ ਇੱਕ ਵਾਰ ਫਿਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਹ ਮਿਨੀ ਸੈਕਟਰੀ ਦੀਆਂ ਤਸਵੀਰਾਂ ਹਨ। ਇਹਨਾਂ ਦਾ ਕਹਿਣਾ ਹੈ ਕਿ ਅੱਜ ਵੀ ਮੀਟਿੰਗ ਬੁਲਾਈ ਗਈ ਸੀ ਸੀਐਮ ਦੇ ਨਾਲ, ਪਰ ਮੀਟਿੰਗ ਨਹੀਂ ਹੋਈ। 6000 ਰੁਪਏ ਕਹਿੰਦੇ ਅਸੀਂ ਲੈ ਰਹੇ ਹਾਂ ਤੇ ਕੱਚੇ ਅਧਿਆਪਕ ਆ। ਮੰਗ ਸਾਡੀ ਇਹੀ ਹੈ ਕਿ ਸਾਨੂੰ ਪੱਕਿਆ ਕੀਤਾ ਜਾਵੇ। ਫਿਲਹਾਲ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਹੋ ਰਹੇ ਹਨ। ਮਿਨੀ ਸੈਕਟਰੀਏਟ ਦੀ ਬਿਲਡਿੰਗ ਦੇ ਉੱਪਰ ਕੱਚੇ ਅਧਿਆਪਕ ਫਿਲਹਾਲ ਚੜ੍ਹ ਕੇ ਆਪਣਾ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਕੈਮਰਾਮੈਨ ਅਮਨ ਦੇ ਨਾਲ ਨਵੀਨ ਸੇਠੀ, ਪੰਜਾਬ ਕੇਸਰੀ, ਜਗਬਾਣੀ। ਉਹਦੇ ਚੰਡੀਗੜ੍ਹ ਦੇ ਵਿੱਚ ਅਪਰਾਧਾਂ ਦਾ ਗ੍ਰਾਫ ਲਗਾਤਾਰ ਵੱਧਦਾ ਜਾ ਰਿਹਾ ਹੈ। 28-29 ਦੀਆਂ ਲਾਈਟਾਂ ਤੇ ਹੋਮਗਾਰਡ ਦੇ ਜਵਾਨ ਤੇ ਇੱਕ ਵਿਅਕਤੀ ਵੱਲੋਂ ਗੋਲੀ ਚਲਾਈ ਗਈ। ਗੋਲੀ ਚਲਾਉਣ ਵਾਲਾ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਉਸ ਦੀਆਂ ਐਕਸਕਲੂਸਿਵ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ ਵਿੱਚ ਸਾਫ਼ ਪਤਾ ਚੱਲ ਰਿਹਾ ਕਿ ਉਹ ਗੋਲੀ ਚਲਾ ਰਿਹਾ ਤੇ ਉਧਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਰੋਪੀ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਇੰਡਸਟਰੀਅਲ ਏਰੀਆ ਦੇ ਥਾਣੇ ਕੋਲ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸ਼ਖਸ ਨੂੰ ਫੜਨ ਲਈ ਪੁਲਿਸ ਸੈਕਟਰ 28-29 ITI ਲਾਈਨ ਪੁਆਇੰਟ ਦੇ ਕੋਲ ਪਹੁੰਚੀ ਸੀ। ਇਸੇ ਦੌਰਾਨ ਬਦਮਾਸ਼ ਨੇ ਪੁਲਿਸ ਨੂੰ ਨੇੜੇ ਆਉਂਦੇ ਵੇਖ ਇੱਕ ਮੁਲਾਜ਼ਮ ਤੇ ਗੋਲੀ ਦਾਗ ਦਿੱਤੀ, ਜਿਸ ਕਾਰਨ ਗੋਲੀ ਲੱਗਣ ਨਾਲ ਹੋਮਗਾਰਡ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਉੱਥੇ ਹੀ ਹੋਮਗਾਰਡ ਜਵਾਨ ਪ੍ਰਕਾਸ਼ ਨੇ ਕੀਤੇ ਗੋਲੀ ਚਲਾਉਣ ਵਾਲੇ ਬਦਮਾਸ਼ ਦੀਆਂ ਐਕਸਕਲੂਸਿਵ ਤਸਵੀਰਾਂ ਜਗਬਾਣੀ ਤੁਹਾਨੂੰ ਦਿਖਾ ਰਿਹਾ ਹੈ। ਇਹ ਤਸਵੀਰਾਂ ਸੜਕ ਦੇ ਕੋਲ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਨੇ। ਇਹਨਾਂ ਤਸਵੀਰਾਂ 'ਚ ਥਾਣਾ ਇੰਡਸਟਰੀਅਲ ਏਰੀਆ ਟੀਮ ਤੇ ਗੋਲੀ ਦਾਗਣ ਦੇ ਬਾਅਦ ਪਿੱਛਾ ਕਰਦਾ ਹੋਇਆ ਪੁਲਿਸ ਕਰਮੀ ਤੇ ਬਦਮਾਸ਼ ਸਾਫ਼ ਦਿਖਾਈ ਦੇ ਰਹੇ ਹਨ। ਦੱਸ ਦਈਏ ਕਿ ਜਿਸ ਬਦਮਾਸ਼ ਨੂੰ ਪੁਲਿਸ ਫੜਨ ਲਈ ਪਹੁੰਚੀ ਸੀ, ਉਸੇ ਬਦਮਾਸ਼ ਨੇ ਕੁਝ ਦਿਨ ਪਹਿਲਾਂ ਗਨ ਪੁਆਇੰਟ ਤੇ ਇੰਡਸਟਰੀਅਲ ਏਰੀਆ 'ਚ ਮਹਿਲਾ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਬਦਮਾਸ਼ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਹੈ। ਇਸੇ ਸੂਚਨਾ ਦੇ ਆਧਾਰ ਤੇ ਟੀਮ ਨੇ ਬਦਮਾਸ਼ ਨੂੰ ਫੜਨ ਲਈ ਯੋਜਨਾ ਬਣਾਈ ਤੇ ਉੱਥੇ ਪਹੁੰਚੀ ਸੀ ਤੇ ਇਸ ਦੌਰਾਨ ਬਦਮਾਸ਼ ਨੇ ਹੋਮਗਾਰਡ ਨੂੰ ਗੋਲੀ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਦੇਰ ਰਾਤ ਚੰਡੀਗੜ੍ਹ ਪੁਲਿਸ ਨੇ ਬਦਮਾਸ਼ ਨੂੰ ਫੜਨ ਲਈ ਜੰਗਲ ਦੇ ਵਿੱਚ ਜਾ ਕੇ ਵੀ ਭਾਲ ਕੀਤੀ ਤੇ ਉਸ ਨੂੰ ਖੰਗਾਲਿਆ, ਪਰ ਫਿਲਹਾਲ ਥਾਣਾ ਪੁਲਿਸ ਦੇ ਕਰਮੀ ਤੇ ਸੂਤਰਾਂ ਦੇ ਨਾਲ ਭਾਲ ਕਰਨ 'ਚ ਜੁਟੀ ਹੋਈ ਹੈ ਤੇ ਉੱਥੇ ਹੀ ਐਸਐਸਪੀ ਕੁਲਦੀਪ ਚਹਿਲ ਨੇ ਵੀ ਇਸ ਪੂਰੇ ਮਾਮਲੇ ਤੇ ਪੈਣੀ ਨਜ਼ਰ ਬਣਾ ਰੱਖੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਹੋਮਗਾਰਡ ਤੇ ਪੁਲਿਸ ਗੋਲੀ ਦਾਗਣ ਵਾਲਾ ਬਦਮਾਸ਼ ਜल्द ही सलाखों के पीछे होएगा। और हमने टीमें लगा दी, हमारी जो क्राइम की टीमें, ऑपरेशन सेल है और स्पेशल क्राइम हमारी टीमें वो लगे हुए हैं और कुछ लोगों को हमने फिगर आउट किया है। बहुत जल्दी हम इसका हल करें। जगबानी टीवी ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਐਲਾਨ ਹੋ ਚੁੱਕਿਆ ਹੈ ਚੋਣ ਤਰੀਕ ਦਾ, ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਹੈ ਤੇ ਉਧਰ ਜਾਣਨਾ ਇਹ ਵੀ ਜ਼ਰੂਰੀ ਹੈਗਾ ਕਿ ਆਪਣੇ ਪਿਛਲੇ ਸਾਲਾਂ ਦੇ ਦੌਰਾਨ ਕਿਹੜੇ ਮੇਅਰ ਨੇ ਕਿੰਨਾ ਕੰਮ ਕੀਤਾ। ਸਭ ਤੋਂ ਪਹਿਲਾਂ ਸ਼ੁਰੂਆਤ ਰਵਿਕਾਂਤ ਸ਼ਰਮਾ ਤੋਂ ਕਰ ਲੈਂਦੇ ਹਾਂ। चंडीगढ़ नगर निगम चुनावों का बिगुल बज चुका है और सभी पार्टियों की ओर से उम्मीदवार मैदान में उतारे भी जा रहे हैं, लेकिन हम बात कर रहे हैं कि पिछले 5 सालों में किस वार्ड की क्या तस्वीर बदली। नगर निगम चुनाव में लोग पार्षदों को चुनते हैं और ये पार्षद एक बार चुनकर 5 साल तक उस वार्ड के रखरखाव का वादा करते हैं। तो चलिए चलते हैं वार्ड नंबर 3 के भाजपा पार्षद रविकांत शर्मा के वार्ड में, जो कि अभी मौजूदा मेयर भी हैं। मेयर रविकांत शर्मा के वार्ड की बात करें तो इस वार्ड में हमने लोगों से बात की। इस वार्ड में सेक्टर 22, 16 और 17 का एरिया आता है। अब वार्ड बंदी के बाद वार्ड बदल चुके हैं। जब सेक्टर 22 के रेजिडेंट से बात की गई तो सुनिए उनका क्या कहना है। सर ये हाल है भाजपा सरकार दा कि ग्राउंड दे विच इन्ना बुरा हाल है इस टाइम, कोई सफाई करन वाला नहीं आंदा, कूड़े ढेर लगे ने। ਜਿਹੜੇ ਸਾਡੇ ਮੇਅਰ ਸਾਹਿਬ ਨੇ ਉਹਨਾਂ ਨੇ ਇੱਕ ਵਾਅਦਾ ਕਿਹਾ ਸੀਗਾ ਅਸੀਂ 5 ਸਾਲਾਂ ਦੇ ਵਿੱਚ ਸੈਕਟਰ 22 ਨੂੰ ਚਮਕਾ ਦਾਂਗੇ। ਇੱਥੇ ਕੂੜੇ ਢੇਰ ਲੱਗੇ ਨੇ, ਸਾਰੇ ਚੁੱਲ੍ਹੇ ਟੁੱਟੇ ਹੋਏ ਨੇ, ਚੂਹੇ ਦਾ ਇੱਥੇ ਉਹ ਗਰਾਊਂਡ ਬਣ ਗਿਆ, ਨੀਚੇ ਘਰ ਖੋਖਲੇ ਹੋ ਗਏ ਨੇ ਸੈਕਟਰ 22D ਦੇ। ਸੜਕਾਂ ਦੇ ਕਿਨਾਰੇ ਕੂੜਾ ਪਿਆ ਜੀ, ਕੋਈ ਸਫਾਈ ਨਹੀਂ ਕਰਨ ਆਂਦਾ। ਇਹ ਭਾਜਪਾ ਸਰਕਾਰ ਦੇ ਇਹ ਹਾਲ ਨੇ। ਸਾਡੇ ਮੇਅਰ ਸਾਹਿਬ ਕਹਿ ਰਹੇ ਸੀਗੇ ਅਸੀਂ ਸੈਕਟਰ 22D 16, 17 उस टाइम वार्ड नंबर 16 और 17 ਸੀਗਾ, ਸੈਕਟਰ 22 ਸੀਗਾ। ਅੱਜ 22 और 23 ਇਕੱਠਾ ਹੋਇਆ ਹੈ। ਅਸੀਂ ਇਹ ਮੇਅਰ ਸਾਹਿਬ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਭਾਜਪਾ ਸਰਕਾਰ ਨੂੰ ਕਦੇ ਵੋਟ ਨਾ ਮਿਲੇ, ਕੋਈ ਕੈਂਡੀਡੇਟ ਨਵਾਂ ਆਵੇ ਉਹ ਕੰਮ ਕਰਾਵੇ ਸੈਕਟਰ 22D ਦਾ ਔਰ 23D ਦਾ। ਇਹਨਾਂ ਨੇ ਮੇਅਰ ਸਾਹਿਬ ਨੇ ਕੋਈ ਕੰਮ ਹੀ ਨਹੀਂ ਕੀਤੇ। ਸੈਕਟਰ 22 ਚ ਆ ਜਾਂਦੇ, ਕਿੱਥੇ ਉਦਘਾਟਨ ਕਰਨ ਚਲੇ ਜਾਂਦੇ, 200 ਪੁਲਿਸ ਵਾਲੇ ਨਾਲ ਹੋ ਜਾਂਦੇ ਜੀ। ਇਹਦੇ मेयर साहब का हाल है। ये भाजपा सरकार नकम्मी सरकार है। वोट जो है जो बीजेपी को छोड़ के हम किसी को भी दे देंगे। वजह क्या है? वो है वजह क्या है? वजह है कि एक तो सफाई नहीं करते थी। रविकांत शर्मा यहीं से जीते हैं और हमने जिताया भी है, बिल्कुल है उससे जिताया है। लेकिन यहाँ इसी वार्ड से जीतने वाले और इसी वार्ड की वो बदहाली कर रहे हैं। अब ये देखो यहाँ पौधे लगाए हैं, एक बार पौधे लगा दिए, कोई पानी देने के लिए नहीं आया। कोई वहाँ और पौधे लगाए, कोई पानी देने के लिए नहीं आया। पीछे एक बार वो वहाँ गए, वहाँ मीटिंग थी, वहाँ आ गए 100-150 पुलिस वाले आ गए उनकी सिक्योरिटी के लिए जो भी है। लेकिन इस बार के अंदर जो है बिल्कुल उन्होंने कोई राउंड नहीं मारा। भिजवाड़ा मार्केट कहते झाड़ू नहीं मारते थे मोहल्ले से। मोहल्ले के अंदर जो है ये स्वीपर आते हैं, आधा घंटा काम करते हैं, उसके बाद पत्नी वो कहाँ चले जाते हैं, कहाँ नहीं चले जाते।
ये सब ठेकेदारी प्रजा है और ये बस अंदर ही गोलमाल हो रहा है। खर्चा जो एमसी दिखा रही है लेकिन हिसाब सारा है जी। पार्क ये पीछे देख लो ना, पार्क को ये देख लो, वो पार्क देखो, चूहे घूम रहे हैं पार्क। चूहे घूम रहे हैं आपके सामने। यहाँ पे सफाई के मामले में, देख रेख के मामले को, जो यहाँ पिछली बारी कैंडिडेट रविकांत शर्मा जी जो आज मेयर भी हैं चंडीगढ़ के, उन्होंने एक भी इस वार्ड को नहीं, बिल्कुल भी नहीं देखा। किसी के मोहल्ले में, किसी के मार्केट में बिल्कुल भी नहीं गए और ना इन्होंने कोई सफाई का ध्यान रखा। इधर आप देखो ये कूड़े के ढेर लगे हुए हैं। ये मेन रोड है 22 सेक्टर का, पूरे सेक्टर को कवर करता है। उस पर भी कूड़े के ढेर लगे हुए हैं। बिल्कुल भी नहीं उन्होंने कोई काम किया, ऐसा कोई अच्छा काम नहीं किया जिससे कि पब्लिक खुश हो सके, ये सेक्टर वासी खुश हो सकें, जिसमें कि मैं भी हूँ, सेक्टर वासी हूँ और इतने साल से भी यहाँ से यहीं पे रह रहा हूँ। लेकिन कोई भी काम ऐसा नहीं हुआ जिससे कि हम उनकी जय जयकार करें। हम चाहते हैं कि अब की बारी कोई भी कैंडिडेट आए लेकिन बीजेपी से हटकर आए। बीजेपी के कैंडिडेट ने कुछ नहीं किया, समझे जी, गांव के वास्ते किया ना जी, ये सेक्टर के वास्ते कुछ नहीं किया। 22 सेक्टर में उनसे आप जाकर पूछ लेना, उनसे आप जाकर पूछ लेना भी कभी आकर आपने 22 सेक्टर की बिजवाड़ा मार्केट में विजिट किया, देखा किसी को? 22D के मोहल्ले में आए हो, किसी से भी पूछा मोहल्ले वालों से क्या प्रॉब्लम है आपको, क्या प्रॉब्लम है कि नहीं? कभी उन्होंने आगे कोई प्रॉब्लम नहीं पूछी किसी से भी। उनका फर्ज बनता था पूछने का, वो एक बारी भी नहीं आए मोहल्ले में। महंगाई आसमान छू गई है। वहाँ मोदी जी रोज भाषण देते हैं, ये कर दिया वो कर दिया। वो यूपी के वास्ते सिर्फ एक आदमी के पीछे लगे हुए हैं, योगी के पीछे। योगी मुख्यमंत्री यूपी के पीछे लगे हुए हैं, बाकी हिंदुस्तान को उनको कोई लेना देना नहीं है। महंगाई आसमान छू गई है, तेल के दाम आसमान पे चले गए हैं, सिलेंडर के दाम आसमान पे चले गए हैं। जो हमारी रोज़ की ज़रूरतें हैं, आज आप टमाटर भी देख लीजिए, वो भी 100 रुपये किलो चला गया। तो क्या करेगा इंसान, बोलो? आम आदमी क्या करेगा? लोगों का बड़ा दुख होता है इस बात का, हमें बहुत ही दुख होता है। रोटी दे रहे हैं, कनक दे रहे हैं। बड़ी उम्मीदें थी हमको, बीजेपी पार्टी से बहुत उम्मीदें थी, मोदी जी से भी, लेकिन कुछ नहीं हुआ। हालांकि लोगों का ये कहना है कि सेक्टर 22 जहां चंडीगढ़ की मेन मार्केट है, इसके बावजूद भी इस एरिया का कोई रखरखाव नहीं किया गया। हालांकि पार्षद रविकांत शर्मा, जो कि मौजूदा मेयर भी हैं, उनकी ओर से बड़े बड़े वादे किए गए थे, लेकिन वादों के उलट अगर वार्ड को देखा जाए तो जमीनी स्तर पर हकीकत कुछ और ही नजर आती है। नगर निगम में चुनाव है, मेरी तो ये अपील है सबसे कि इस बार वो कैंडिडेट आना चाहिए कि जो लोगों के हित में बात करे और हित के लिए खड़ा हो, और ये ना हो कि भारी बहुमत में आके पीछे हमारे एक जो रविकांत जी जो मेयर रहे हैं, ठीक है जी, वो भारी बहुमत से जीते हैं यहाँ से, ठीक है जीते हैं, पर कम से कम उनको वार्ड में आके ना लोगों की दुख तकलीफ़ों के बारे में सोचना चाहिए, उनको सुनना चाहिए। अब ये देख लीजिए हमारे साथ में बगल में, मैं 31 और 34 नंबर में रहता हूँ, आज कितनी देर से ये पार्कों के बारे में बोल रहा हूँ कि पार्क आज तक डेवलप नहीं हुआ। एडजोनिंग जो है 3131 है, 3130 है, सीए साहब का घर है, यहाँ पे आज तक कोई पार्क डेवलप नहीं हुआ। ये काफ़ी बार उनको नोटिस कर चुका हूँ कि ये एक्सीडेंट प्रोन एरिया बन चुका है। 22D वो कहते हैं जी हेरिटेज सेक्टर है, इसमें ना डिमार्केशन आएगी, ना कोई, कम से कम एक साल में 50-60 एक्सीडेंट होते हैं ये स्कूल के सामने। अब देख लीजिए कहीं लाइट की व्यवस्था है, कोई लाइट की व्यवस्था है। आप ये नहीं है कि मेरे अकेले के विचार लें, सुने, ये कम से कम 10-15 आदमी को मालूम कीजिए कि साल में एक्सीडेंट इस सेक्टर में होते कितने हैं। कम से कम इस बार भी ध्यान हो, कोई सिक्योरिटी का हो, कोई कुछ हो। ये सामने बिजवाड़ा मार्केट है जी, आज भी 20 सालों में वही बिजवाड़ा मार्केट जो पहले थी, मुझे लगता है कि वही आज ही हाल है। इस मार्केट के बारे में भी किसी ऑफिसर ने सोचा नहीं है कि ये जो गरीब यहाँ पे बस रहे हैं, जिनको नई आशियाना मिला, कि उनको आशियाना तो मिले, उस बारे कौन सोचेगा। जो इस वार्ड में रविकांत जब बने जिला, उसके इसी में बहुत बुरा हाल हुआ है। रोडों की स्थिति खराब हुई है, पार्कों के जो ये खेलने के लिए होते हैं बच्चों के, वो टूटे हुए हैं। जब से ये रविकांत मेयर बने, इस वार्ड में बहुत बुरा हाल हुआ है। बीमारी को बहुत ज़्यादा नोता हो रहा है सर, ये बीमारियों के अलग अलग ढेर लगे हुए हैं इस वार्ड में। जब से ये रविकांत यहाँ वार्ड में मेयर बने हुए, जब से बीमारियों का यहाँ खजाना भरा हुआ है। बीजेपी ने बहुत बुरा हाल किया है, समाज में, व्यापारी में, किसानों का, सब इसके खिलाफ है। मोदी जी तो हम भाजपा उनके हमने वोट पाई, मोदी जी को जिताया है, लेकिन हमें नहीं ये पता था कि यहाँ के मेयर जो इतनी महंगाई होएगी, इतना बुरा हाल होएगा। हम तो दुखी हो गए
भाई मैं बीजेपी को वोट नहीं डालेंगे आज के बाद। क्यों नहीं डालेंगे? महंगाई इतनी कर दी सर, हर एक जगह महंगाई, तेल महंगाई, कूड़ा के ढेर लगे हुए जगह जगह, देखो सड़कों पे लगे हुए हैं, झूले टूटे हुए हैं, सब जाके बुरा हाल है। जो इस वार्ड में रविकांत जब बने जिला, उसके हिस्ट्री में बहुत बुरा हाल हुआ है। रोडों की स्थिति खराब हुई है, पार्कों के जो ये खेलने के लिए होते हैं बच्चों के, वो टूटे हुए हैं। जब से ये रविकांत मेयर बने इस वार्ड में बहुत बुरा हाल हुआ है। बीमारी को बहुत ज़्यादा नौता हो रहा है सर, ये बीमारियों के अलग अलग ढेर लगे हुए हैं इस वार्ड में। जब से ये रविकांत यहाँ वार्ड में मेयर बने हुए हैं, जब से बीमारियों का यहाँ खजाना भरा हुआ है। बीजेपी ने बहुत बुरा हाल किया है, समाज में, व्यापारी में, किसानों का, सब इसके खिलाफ है। पंजाब केसरी टीवी के लिए चंडीगढ़ से भगवत सिंह की रिपोर्ट। चौबीस दिसंबर ਨੂੰ ਹੋਣ ਜਾ ਰਹੀਆਂ ਨੇ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਤੇ ਇੱਥੇ ਵੱਧ ਚੜ੍ਹ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਵਾਅਦਿਆਂ ਦੀ ਦਾਅਵਿਆਂ ਦੇ ਵਿੱਚ ਝੜੀ ਲਗਾਈ ਜਾ ਰਹੀ ਹੈ। ਇਸੇ ਦੇ ਚੱਲਦਿਆਂ ਪੇਂਡੂ ਸੰਘਰਸ਼ ਕਮੇਟੀ ਹੈਗੀ ਹੈ ਜਿਹੜੀ, ਉਸ ਵੱਲੋਂ ਵੀ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਪਰ ਉਹਨਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬੀਜੇਪੀ ਨੂੰ ਵੋਟ ਨਾ ਪਾਉਣ। 24 ਦਸੰਬਰ ਨੂੰ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਨੇ ਤੇ ਇਸ ਨੂੰ ਲੈ ਕੇ ਪੇਂਡੂ ਸੰਘਰਸ਼ ਕਮੇਟੀ ਵੱਲੋਂ ਚੰਡੀਗੜ੍ਹ ਦੇ 13 ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ। ਇਸੇ ਦੇ ਤਹਿਤ ਬੁੱਧਵਾਰ ਨੂੰ ਪੇਂਡੂ ਸੰਘਰਸ਼ ਕਮੇਟੀ ਵੱਲੋਂ ਪਿੰਡ ਰਾਏਪੁਰ ਕਲਾਂ ਦੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਤੇ ਉਹਨਾਂ ਨੇ ਪਿੰਡ ਦੇ ਵਿੱਚ ਲੋਕਾਂ ਦੇ ਘਰ ਘਰ ਜਾ ਕੇ ਪੰਫਲੇਟ ਵੰਡੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਵੋਟ ਨਾ ਦੇਣ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ ਅਜੇ ਆਪਣਾ ਅੰਦੋਲਨ ਬੰਦ ਨਹੀਂ ਕੀਤਾ ਤੇ ਉਹਨਾਂ ਦੀ ਕਾਲ ਉੱਤੇ ਉਹ ਇਸ ਨਗਰ ਨਿਗਮ ਚੋਣਾਂ ਦੇ ਵਿੱਚ ਭਾਜਪਾ ਦਾ ਵਿਰੋਧ ਕਰ ਰਹੇ ਨੇ। ਉਹਨਾਂ ਦਾ ਮੰਨਣਾ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਦੇ ਖਿਲਾਫ 750 ਤੋਂ ਜ਼ਿਆਦਾ ਕਿਸਾਨ ਮਾਰੇ ਗਏ ਨੇ, ਲੇਕਿਨ ਭਾਜਪਾ ਵੱਲੋਂ ਇਹਨਾਂ ਬਿੱਲਾਂ ਨੂੰ ਵਾਪਸ ਨਹੀਂ ਲਿਆ ਗਿਆ ਤੇ ਹੁਣ ਜਦੋਂ ਤੱਕ ਸੰਸਦ ਦੇ ਵਿੱਚ ਬਿੱਲਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਅਤੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਭਾਜਪਾ ਦਾ ਵਿਰੋਧ ਕਰਦੇ ਰਹਿਣਗੇ। ਹਾਂਜੀ, ਅਸੀਂ ਚੰਡੀਗੜ੍ਹ ਅੱਜ ਪੇਂਡੂ ਸੰਘਰਸ਼ ਕਮੇਟੀ ਦੇ ਤਹਿਤ ਪਿੰਡਾਂ ਵਿੱਚ ਜਾਗਰੂਕ ਫੈਲਾਈ ਜਾ ਰਹੀ ਹੈ, ਕਿਉਂਕਿ ਜੋ ਬੀਜੇਪੀ ਨੇ, ਜੋ ਮੋਦੀ ਨੇ ਕਿਹਾ ਵੀ ਹਾਂ ਮੈਂ ਹੁਣ ਕਾਲੇ ਕਾਨੂੰਨ ਵਾਪਸ ਲੈ ਰਿਹਾ, ਪਰ ਅਜੇ ਤੱਕ ਸਾਡੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਾਲ ਹੈ ਵੀ ਜਦੋਂ ਤੱਕ ਇਹ ਸੰਸਦ ਵਿੱਚ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਇਹਨੂੰ ਮੰਨਦੇ ਨਹੀਂ, ਕਿਉਂਕਿ ਉਹ ਜੁਮਲਾ ਹੈ, ਉਹਨੇ ਬਹੁਤ ਕੁਝ ਬੋਲਿਆ ਲੋਕਾਂ ਵਾਸਤੇ। ਤੇ ਅੱਜ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਆਏ ਵੀ ਲੋਕੋ, ਅਸੀਂ 700 ਕਿਸਾਨਾਂ ਦੀ ਸ਼ਹੀਦੀ ਨੂੰ ਨਹੀਂ ਭੁੱਲ ਸਕਦੇ। ਅਸੀਂ ਉਸ ਐਮਪੀ ਨੂੰ ਜਿਹਦੀ ਅਜੇ ਤੱਕ ਅਸਤੀਫਾ ਨਹੀਂ ਹੋਇਆ, ਜਿਹਨੇ ਸਰੇਆਮ ਸਾਡੇ ਕਿਸਾਨਾਂ ਨੂੰ ਆਪਣੀ ਜੀਪ ਦੇ ਥੱਲੇ ਦੜਕੇ ਮਾਰਿਆ, ਸ਼ਹੀਦ ਕੀਤਾ, ਅਸੀਂ ਨਹੀਂ ਭੁੱਲ ਸਕਦੇ। ਮੋਦੀ ਸਾਹਿਬ ਨੇ ਹੁਣ ਤੱਕ ਉਹਨਾਂ ਸ਼ਹੀਦਾਂ ਦੇ ਬਾਰੇ ਇੱਕ ਵਾਰੀ ਵੀ ਮਾਫੀ ਨਹੀਂ ਮੰਗੀ, ਇੱਕ ਵਾਰੀ ਵੀ ਉਹਨਾਂ ਲਈ ਕਿਸੇ ਵੀ ਸਾਂਸਦ ਨੇ, ਕਿਸੇ ਪ੍ਰਧਾਨ ਮੰਤਰੀ ਨੇ। ਇਹ ਸਾਨੂੰ ਬੜੀ ਨਮੋਸ਼ੀ ਹੈ ਵੀ ਅਸੀਂ ਵੀ ਹਿੰਦੁਸਤਾਨ ਦੇ ਵਾਸੀ ਹਾਂ, ਪਰ ਸਾਡੇ ਲਈ ਇੱਕ ਵੀ ਹਾਂ ਦਾ ਨਾਰਾ ਨਹੀਂ ਕਿਸੇ ਨੇ ਮਾਰਿਆ, ਕਿਸੇ ਮਿਨਿਸਟਰ ਨੇ, ਕਿਸੇ ਪ੍ਰਧਾਨ ਮੰਤਰੀ ਨੇ। ਇਸ ਕਰਕੇ ਇਹ ਲੋਕਾਂ ਨੂੰ ਅਸੀਂ ਜਾਗਰੂਕਤਾ ਫੈਲਾ ਰਹੇ ਹਾਂ ਵੀ ਆਪਾਂ ਜਾਗੀਏ, ਇਹ ਮੋਦੀ ਨੂੰ ਸਮਝੀਏ। ਮੋਦੀ ਦੀ ਨੀਤੀਆਂ ਜਿਹੜੀ ਬਦ ਨੀਤੀਆਂ ਨੇ, ਲੋਕ ਖਿਲਾਫ ਨੀਤੀਆਂ ਨੇ। ਅੱਜ ਪੇਂਡੂ ਸੰਘਰਸ਼ ਕਮੇਟੀ ਤੋਂ ਅਸੀਂ ਆਏ ਹਾਂ ਤੇ ਅਸੀਂ ਘਰ ਘਰ ਜਾ ਕੇ ਇਹ ਅਪੀਲ ਕਰ ਰਹੇ ਹਾਂ ਕਿ ਬੀਜੇਪੀ ਨੂੰ ਵੋਟ ਨਾ ਦਿੱਤੀ ਜਾਵੇ। ਜ਼ਿਆਦਾਤਰ ਬੰਦੇ ਤਾਂ ਬਾਹਰ ਨਿਕਲ ਜਾਂਦੇ ਆ, ਪਰ ਲੇਡੀਜ਼ ਘਰ ਦੇ ਅੰਦਰ ਰਹਿੰਦੀਆਂ, ਉਹਨਾਂ 'ਚ ਥੋੜ੍ਹਾ ਜਿਹਾ ਬਾਹਰ ਨਿਕਲਦੇ ਜਾਗਰੂਕਤਾ ਨਹੀਂ ਹੁੰਦੀ। ਅਸੀਂ ਉਹ ਬੋਲਣ ਜਾ ਰਹੇ ਹਾਂ ਕਿ ਬੀਜੇਪੀ ਨੂੰ ਵੋਟ ਨਾ ਦਿੱਤੀ ਜਾਵੇ। ਇਸਨੇ ਕਰਿਆ ਕੱਖ ਨਹੀਂ ਹੈਗਾ। ਹੁਣ ਕਿਸਾਨਾਂ ਤੋਂ ਇਹਨੇ ਮਾਫੀ ਮੰਗੀ ਨਹੀਂ ਹੈਗੀ, ਜਦ ਕਿ ਇਸਨੇ ਸਿਰਫ ਕਿਸਾਨਾਂ ਦੇ ਜਿਹੜੇ ਹੱਕ ਨੇ, ਮਤਲਬ ਜੋ ਕਾਲੇ ਕਾਨੂੰਨ ਸੀਗੇ 3, ਉਹਨਾਂ ਰੱਦ ਕਰਨੇ ਦੀ ਗੱਲ ਕੀਤੀ ਹੈ। ਹਲੇ ਤਾਂ MSP ਪਈ ਹੈ, ਸਾਡੇ ਬਿਜਲੀ 'ਤੇ ਪਏ ਹੈ, ਸਾਡਾ ਪਰਾਲੀ 'ਤੇ ਪਏ ਹੈ, ਇਹਨਾਂ ਦੇ ਤਾਂ ਕੋਈ ਗੱਲ ਨਹੀਂ ਕੀਤੀ ਹੈਗੀ। ਜੋ ਕੇਸ ਚੱਲੇ ਹੈ ਉਹਨਾਂ 'ਤੇ ਕੋਈ ਗੱਲ ਨਹੀਂ ਕੀਤੀ ਹੈਗੀ। ਇਸਨੇ ਜੋ ਸ਼ਹੀਦ ਹੋਏ ਹੈ ਉਹਨਾਂ 'ਤੇ ਕੋਈ ਗੱਲ ਨਹੀਂ ਕੀਤੀ। ਜਦ ਤੱਕ ਇਹ ਵਾਪਸ ਪਾਰਲੀਮੈਂਟ 'ਚ ਜਾ ਕੇ ਇਹ ਵਾਪਸ ਨਹੀਂ ਹੁੰਦੇ ਕਾਨੂੰਨ, ਉਦੋਂ ਤੱਕ ਅਸੀਂ ਇਸ ਬਾਰੇ ਕੁਝ ਵੀ ਨਹੀਂ ਸੋਚ ਸਕਦੇ, ਕਿਉਂਕਿ ਇਹ ਹਮੇਸ਼ਾ ਆਪਣੇ ਵਾਅਦਿਆਂ ਤੋਂ ਮੁੱਕ ਰਿਹਾ ਹੈ। ਹੁਣ ਕਰੋਨਾ ਕਾਲ 'ਚ ਮਹਿੰਗਾਈ ਘਟਣੀ ਤਾਂ ਕਿਆ ਚਾਹੀਦੀ ਸੀਗੀ, ਸਮਾਂ ਦੁੱਗਣੀ ਵਧਾ ਦਿੱਤੀ ਗਈ ਹੈ। ਤਾਂ ਅਸੀਂ ਅਪੀਲ ਕਰਾਂਗੇ ਸਭ ਨੂੰ ਕਿ ਬੀਜੇਪੀ ਨੂੰ ਹੁਣ ਵੋਟ ਨਾ ਦਿੱਤੀ ਜਾਵੇ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਦੇ ਵਿੱਚ ਭਾਜਪਾ ਦੀਆਂ ਰੈਲੀਆਂ ਅਤੇ ਭਾਜਪਾ ਦੇ ਆਗੂਆਂ ਦਾ ਵਿਰੋਧ ਕਿਸਾਨਾਂ ਵੱਲੋਂ ਕੀਤਾ ਜਾ ਚੁੱਕਿਆ ਹੈ, ਲੇਕਿਨ ਪ੍ਰਧਾਨ ਮੰਤਰੀ ਮੋਦੀ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਵੀ ਭਾਜਪਾ ਖਿਲਾਫ ਪਿੰਡਾਂ ਦੇ ਵਿੱਚ ਅਜੇ ਵੀ ਵਿਰੋਧ ਵੇਖਿਆ ਜਾ ਸਕਦਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। 16 ਹਸਪਤਾਲ ਦੇ ਬਾਹਰ ਪਿਛਲੇ ਕਾਫੀ ਦਿਨਾਂ ਤੋਂ ਪ੍ਰਦਰਸ਼ਨ ਚੱਲ ਰਿਹਾ ਸੀ, ਪਰ ਥੋੜੇ ਸਮੇਂ ਲਈ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਤੋਂ ਉੱਠ ਗਏ ਸੀ ਕਿਉਂਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਤੋਂ ਮੁੜ ਤੋਂ ਕੰਮ ਲਿਆ ਜਾਵੇਗਾ, ਯਾਨੀ ਕਿ ਮੁੜ ਤੋਂ ਉਹ ਆਪਣਾ ਕਾਰਜਭਾਰ ਹੈਗਾ ਜਿਹੜਾ ਸੰਭਾਲ ਸਕਦੇ ਨੇ। ਪਰ ਪ੍ਰਦਰਸ਼ਨ ਹੁਣ ਮੁੜ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਮੀਟਿੰਗਾਂ ਹੋ ਰਹੀਆਂ ਨੇ, ਕਿਹਾ ਵੀ ਜਾ ਰਿਹਾ ਹੈ ਕਿ ਜੁਆਇਨ ਕਰਵਾ ਲਿਆ ਜਾਵੇਗਾ, ਪਰ ਜੁਆਇਨ ਕਰਵਾਇਆ ਹੀ ਨਹੀਂ ਜਾ ਰਿਹਾ। ਪੇਸ਼ ਰਿਪੋਰਟ। ਸਿਹਤ ਵਿਭਾਗ ਵੱਲੋਂ 178 NHM ਕਰਮਚਾਰੀਆਂ ਨੂੰ ਸੁਰੱਖਿਆ ਤੇ ਜੁਆਇਨ ਕਰਵਾਉਣ ਦੀ ਗੱਲ ਕਹੀ ਗਈ ਸੀ ਤੇ ਕਰਮਚਾਰੀ ਵਾਰ-ਵਾਰ ਹੁਣ ਆਪਣੇ ਵਿਭਾਗ ਤੋਂ ਜੁਆਇਨ ਛੇਤੀ ਕਰਵਾਉਣ ਦੀ ਗੁਜ਼ਾਰਿਸ਼ ਕਰ ਰਹੇ ਹਨ, ਪਰ ਉਹਨਾਂ ਦੀ ਗੁਜ਼ਾਰਿਸ਼ ਤੇ ਕੋਈ ਗੌਰ ਨਹੀਂ ਹੋ ਰਿਹਾ ਤੇ ਅਜੇ ਤੱਕ ਇਹਨਾਂ ਕਰਮਚਾਰੀਆਂ ਦੀ ਜੁਆਇਨਿੰਗ ਨਹੀਂ ਹੋਈ ਤੇ ਇਸੇ ਨੂੰ ਲੈ ਕੇ GM 16 ਦੇ ਹਸਪਤਾਲ ਦੇ ਬਾਹਰ NHM ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੱਲਾ ਬੋਲ ਦਿੱਤਾ ਗਿਆ ਤੇ ਉਹਨਾਂ ਨੂੰ ਡਿਊਟੀ ਤੇ ਜੁਆਇਨ ਕਰਵਾਉਣ ਦੇ ਲਈ ਮੰਗ ਕੀਤੀ ਗਈ। सर बहुत दुख की बात है, मतलब हमें एक विभाग द्वारा एक लेटर सर्कुलर जारी किया गया था जिसमें लिखा गया था कि जो कर्मचारी अपनी स्वेच्छा से ड्यूटी ज्वाइन करना चाहता है वो आके ड्यूटी ज्वाइन कर सकता है। तो पहली बात तो ये सर, हमने कभी ड्यूटी करने को मना नहीं किया। हमने अपनी जायज़ मांगों के लिए अपनी आवाज़ उठाई थी, जिसके लिए हमें इमीडिएटली बिना किसी वार्निंग बिना किसी नोटिस टर्मिनेट कर दिया गया, जो कि बहुत सरासर गलत है और चंडीगढ़ जैसे शहर में यह पहली बार हुआ है। आज बुधवार है, आज 3 दिन हो गया, परंतु अभी तक विभाग की तरफ से कोई कार्रवाई कोई सूचना नहीं आई। हमें पूरी उम्मीद थी कि शायद सोमवार को हम सबको ड्यूटी ज्वाइन करवा दिया जाएगा, परंतु आज भी बुधवार आ गया पर अभी तक प्रशासन विभाग की तरफ से हमें कोई आदेश नहीं मिला, हमें कोई जानकारी नहीं मिली कि आपकी ज्वाइनिंग कब होगी कब नहीं होगी। और इसी के साथ हमें ये सूचना मिल रही है कि DHS मैडम और नोडल अफसर दोनों की मीटिंग दिल्ली में गए हैं। वो लोग भारत सरकार से मीटिंग की चल रही है कोई किसी और इशू के ऊपर, तो अभी दोनों उच्च अधिकारी चंडीगढ़ में नहीं हैं। तो हम यही कहना चाहिए उनका चार्ज किसी के पास होगा तो ये काम इतना डिले क्यों किया जा रहा है। मतलब एक तरफ 200 कर्मचारी आपके बाहर बैठे हैं, तो इस कर्मचारी को बाहर बिठाने के लिए कौन जिम्मेवार है? प्रशासन की जिम्मेवारी है। उन्हें जल्द से जल्द इन कर्मचारी को वापस लेकर सारी सर्विस जो है वो बहाल करनी चाहिए इनको। एक रिक्वेस्ट लेटर दी थी कि आप जो है स्वेच्छा से जो आना चाहते हैं वो उनको हम जो है तुरंत कंसिडर करेंगे, लेकिन हमने तो अपनी डेडलाइन के हिसाब से इनका सारा कुछ जमा कर दिया। सोमवार तक 10 बजे तक हमने जो है सारे के सारे अपने जो भी रिक्वेस्ट है सब ने जमा कर दिए हैं। अभी तक जो है प्रशासन की तरफ से जो है कोई कार्रवाई नहीं हुई, नहीं कोई हमें कोई सूचना दी गई कि आपकी जो नियुक्ति है कब तक होगी, इसका कुछ पता नहीं चल पा रहा है, क्योंकि जो सीनियर उच्च अधिकारी है वो दिल्ली जाके बैठ गए हैं दोनों। तो अब हम देखते हैं चार्ज किसके पास है, इसका कुछ पता नहीं चल पा रहा है, क्योंकि मुझे लग रहा है ये जानबूझ के ये डिले किया जा रहा है और पता नहीं इसके पीछे क्या मंशा है। सर ये प्रशासन का बहुत सुस्त रवैया है और मैं तो यहाँ तक कहूँगी कि शायद प्रशासन की नीयत ही नहीं है ये काम करने की, इसलिए वो जो इस काम को जो मुझे लगता है कि बहुत आसानी से किया जा सकता था उसको इतना डिले कर रहे हैं। इसके पीछे इनकी बुरी नीयत मैं कहूँगी जो आज तक हमें नज़र आ रही थी। इतने दिनों में जो इनकी मंशा थी कि इनको बढ़ा हुआ वेतन भी नहीं देना पड़ेगा और इनकी जो है बहाली भी हम इतना ही डिले करेंगे ताकि ये लोग और परेशान हो, तो वो अपनी नीति को अपना रहे हैं। और जहाँ तक रही घर चलाने की बात, तो जिस तरह हमारे मीडिया सेक्रेटरी जी ने बताया कि अभी जो हमारा घर का गुजारा हो रहा है वो हम अपने दोस्तों और रिश्तेदारों से उधार लेके कर रहे हैं कि जब हमारी बहाली हो जाएगी तो हम आपको वापस कर देंगे। लेकिन इस तरह से 1 महीना चलाना आसान है, लेकिन इससे ज़्यादा अगर हमारी चलाना पड़ेगा तो वो बहुत ज़्यादा मुश्किल हो जाएगा। आने वाले समय में घर का गुजारा, बच्चों की स्कूल की फीस देना बहुत डिफ़िकल्ट है और चंडीगढ़ जैसे शहर में गुजारा करना 10,000 की सैलरी में वो बहुत ही ज़्यादा हमारे लिए समस्या बनती जा रही है दिन प्रतिदिन। दस दईए कि हैल्थ सैकटरी ने इन्हां प्रदर्शन ते बैठे 178 कर्मचारियों ਨੂੰ टर्मिनेशन लैटर ਦੇ ਕੇ ਕੱਢ ਦਿੱਤਾ ਸੀ ਤੇ ਹੁਣ ਕਾਫੀ ਲੰਬਾ ਅਰਸਾ ਬੀਤ ਗਿਆ ਤੇ ਇਹਨਾਂ ਦੀ ਰੀਜੁਆਇਨਿੰਗ ਦੀ ਗੱਲ ਹੋਈ ਸੀ, ਪਰ ਅਜੇ ਤੱਕ ਇਹਨਾਂ ਦੀ ਜੁਆਇਨਿੰਗ ਨਹੀਂ ਹੋਈ ਹੈ, ਜਿਸ ਨੂੰ ਲੈ ਕੇ NHM ਕਰਮਚਾਰੀ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। रुख मौसम का कर लेने ते तापमान दसदे तुहानूं कि अज दा तापमान किन्ना रहा ते तुहानूं दस दईए कि अज वध तो वध तापमान 26.6 डिग्री सैल्सियस दर्ज किया गया ते घट्टो घट्ट तापमान रहा 9.8 डिग्री सैल्सियस। तो अज दे इस बुलेटिन दे विच बस इन्ना ही, फिर होवेगी मुलाकात। सत श्री अकाल।